ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ। ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ। ਘਰ ਸਾਡੇ ਛੱਡ ਕੇ, ਗੋਲੇ ਦੇ ਘਰ ਜਾਏਗੇ ਸੁਖਾ। ਘਰ ਸਾਡੇ ਛੱਡ ਕੇ, ਗੋਲੇ ਦੇ ਘਰ ਜਾਏ ਸੁਖਾ। ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ। ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ। ਭੋਲਾ ਪਾਉ ਗੋਵਿੰਦ ਮਿਲਾਵੇ, ਭੋਲਾ ਪਾਉ ਗੋਵਿੰਦ ਮਿਲਾਵੇ। ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ। ਗੋਵਿੰਦ ਪਾਉ ਭਗਤ ਦਾ ਭੁੱਖਾ। ਭਾਈ ਗੁਰਦਾਸ ਜੀ ਦਾ ਇਹ ਬਚਨ ਹੈ। ਸਾਰੀ ਸ੍ਰਿਸ਼ਟੀ ਨੂੰ ਖੰਡਾਂ ਬ੍ਰਹਮੰਡਾਂ ਵਿੱਚ, ਕਣ ਕਣ ਵਿੱਚ ਰਿਜ਼ਕ ਪਹੁੰਚਾਉਣ ਵਾਲਾ, ਪੱਥਰਾਂ ਦੇ ਵਿੱਚ ਬੈਠੇ ਕੀੜਿਆਂ ਨੂੰ ਰਿਜ਼ਕ ਦੇਣ ਵਾਲਾ, ਡੂੰਘੇ ਸਾਗਰਾਂ ਦੇ ਵਿੱਚ ਜਿੱਥੇ ਕਿਤੇ ਇਨਸਾਨ ਦੀ ਪਹੁੰਚ ਕੋਈ ਨਹੀਂ, ਜਿੱਥੇ ਦਾਨੀਆਂ ਦੇ ਦਾਨ ਨਹੀਂ ਪਹੁੰਚਦੇ ਦੁਨੀਆਦਾਰਾਂ ਦੇ, ਉਹਨਾਂ ਨੂੰ ਵੀ ਜਿਹੜਾ ਸਮੇਂ ਤੇ ਰਿਜ਼ਕ ਪਹੁੰਚਾਉਂਦਾ, ਸਭ ਦੀ ਪ੍ਰਤਪਾਲਨਾ ਕਰਦਾ। ਤੁਧ ਸਭ ਸਹਿ ਨੂੰ ਦਾਨ ਦਿੱਤਾ, ਖੰਡੀ ਵਰ ਭੰਡੀ, ਪਤਾਲੇ ਪੁਰੇ ਸਭ ਲੋਈ। ਕਹਿੰਦੇ ਨੇ ਉਹਨਾਂ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਉਹ ਗੋਬਿੰਦ, ਉਹ ਵੀ ਭੁੱਖਾ ਹੈ। ਸਾਰਿਆਂ ਨੂੰ ਰਜਾਉਣ ਵਾਲਾ, ਸਭ ਦੀ ਭੁੱਖ ਮਿਟਾਉਣ ਵਾਲਾ, ਸਭ ਨੂੰ ਜਿਉਂਦੇ ਰੱਖਣ ਵਾਲਾ, ਜੀਵਨ ਦਾਨ ਦੇਣ ਵਾਲਾ, ਉਹ ਪਰਿਪੂਰਨ ਪਰਮਾਤਮਾ ਗੋਬਿੰਦ ਆਪ ਕਹਿੰਦੇ ਭੁੱਖਾ ਹੈ। ਪਰ ਕਿਸ ਚੀਜ਼ ਦਾ ਭੁੱਖਾ ਹੈ? ਭਾਈ ਸਾਹਿਬ ਕਹਿੰਦੇ ਨੇ ਉਹ ਪਦਾਰਥਾਂ ਦਾ ਭੁੱਖਾ ਨਹੀਂ, ਉਹ ਖੀਰ ਮਾਲ ਪੂੜੇ 36 ਪ੍ਰਕਾਰ ਦੇ ਭੋਜਨਾਂ ਦਾ ਭੁੱਖਾ ਨਹੀਂ, ਕੱਪੜੇ ਲੀੜੇ ਦਾ, ਗਹਿਣੇ ਗੱਟੇ ਦਾ, ਸੋਨੇ ਚਾਂਦੀ ਹੀਰੇ ਜਵਾਹਰਾਤ ਦਾ ਭੁੱਖਾ ਨਹੀਂ। ਉਸ ਪਰਿਪੂਰਨ ਪਰਮਾਤਮਾ ਨੂੰ ਜੇ ਕੋਈ ਭੁੱਖ ਲੱਗਦੀ ਹੈ, ਉਹ ਹੈ ਪਿਆਰ ਦੀ ਭੁੱਖ। ਉਹ ਭੁੱਖਾ ਹੈ ਆਪਣੇ ਭਗਤਾਂ, ਆਪਣੇ ਪਿਆਰਿਆਂ ਦੇ ਪ੍ਰੇਮ ਦਾ ਭੁੱਖਾ ਹੈ। ਕਹਿੰਦੇ ਨੇ ਪਾਉ ਭਗਤ ਦਾ ਭੁੱਖਾ ਗੋਵਿੰਦ,
ਭਾਉ ਭਗਤ ਦਾ ਭੁਖਾ, ਭਾਉ ਭਗਤ ਦਾ ਭੁਖਾ ਗੋਬਿੰਦ, ਭਾਉ ਭਗਤ ਦਾ ਭੁਖਾ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁਖਾ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁਖਾ। ਗੱਲ ਦੁਆਪਰ ਯੁੱਗ ਦੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੀ ਪੌੜੀ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ, ਜਿੱਥੋਂ ਉਹ ਸਿੱਧ ਕਰਦੇ ਨੇ, ਦੁਨੀਆ ਨੂੰ ਸਮਝਾਉਂਦੇ ਨੇ ਕਿ ਭਾਈ ਸੱਚਮੁੱਚ ਉਹ ਰੱਬ, ਉਹ ਗੋਬਿੰਦ, ਉਹ ਪਰਮਾਤਮਾ ਆਪਣੇ ਪਿਆਰਿਆਂ ਦੇ ਪ੍ਰੇਮ ਦਾ ਭੁੱਖਾ ਹੈ। ਦੁਆਪਰ ਯੁੱਗ ਦੀ ਘਟਨਾ ਦਾ ਜ਼ਿਕਰ ਕਰਦੇ ਨੇ, ਕਹਿੰਦੇ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ। ਸਮਾਂ ਹੋਵੇ ਜਦੋਂ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਮਹਾਭਾਰਤ ਦਾ ਯੁੱਧ ਹੋਣ ਵਾਲਾ ਹੈ। ਕੋਈ ਲੰਮਾ ਸਮਾਂ ਨਹੀਂ ਰਹਿੰਦਾ ਵਿੱਚ, ਬਸ ਯੁੱਧ ਦਰਵਾਜ਼ੇ ਤੇ ਖਲੋਤਾ ਹੈ। ਸਮਝੋ ਕੌਰਵ ਤੇ ਪਾਂਡਵਾਂ ਦੇ ਵਿੱਚ ਸੁਲ੍ਹਾ ਹੋ ਨਹੀਂ ਰਹੀ। ਦੁਰਯੋਧਨ ਬੜਾ ਹੰਕਾਰੀ ਹੈ, ਉਹ ਪਾਂਡਵਾਂ ਨੂੰ ਉਹਨਾਂ ਦਾ ਹਿੱਸਾ ਦੇ ਕੇ ਰਾਜੀ ਨਹੀਂ। ਸਾਰੇ ਰਾਜ ਤੇ ਆਪ ਕਬਜ਼ਾ ਕਰੀ ਬੈਠਾ ਹੈ। ਸਮੇਂ ਦੇ ਮਾਲਕ ਉਸ ਵੇਲੇ ਦੇ ਭਗਵਾਨ ਕ੍ਰਿਸ਼ਨ ਜੀ, ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਉਹਨੂੰ ਆਖਰੀ ਵਾਰ ਸਮਝਾਉਣ ਲਈ ਆ ਰਹੇ ਨੇ ਦੁਰਯੋਧਨ ਨੂੰ ਕਿ ਕਿਸੇ ਤਰ੍ਹਾਂ ਯੁੱਧ ਟਲ ਜਾਵੇ। ਇਹ ਆਉਣ ਵਾਲਾ ਬੜਾ ਭਿਆਨਕ ਯੁੱਧ ਸਮਾਂ, ਇਹਨੂੰ ਟਾਲਿਆ ਜਾ ਸਕੇ ਕਿਸੇ ਤਰ੍ਹਾਂ। ਆਖਰੀ ਯਤਨ ਦੇ ਤੌਰ ਤੇ ਸ਼ਾਂਤੀ ਦੇ ਦੂਤ ਬਣ ਕੇ ਆਉਣਾ ਹੈ ਭਗਵਾਨ ਕ੍ਰਿਸ਼ਨ ਜੀ ਨੇ। ਇੱਧਰ ਦੁਰਯੋਧਨ ਬੜਾ ਹੰਕਾਰੀ ਹੈ। ਜਦੋਂ ਦੁਰਯੋਧਨ ਨੂੰ ਪਤਾ ਲੱਗਾ ਕਿ ਜਦੋਂ ਭਗਵਾਨ ਕ੍ਰਿਸ਼ਨ ਜੀ ਮੇਰੇ ਦਰਬਾਰ ਵਿੱਚ ਆਉਣਗੇ ਤੇ ਫਿਰ ਮੈਨੂੰ ਲੋਕਾਂ ਦੇ ਸਾਹਮਣੇ ਲੋਕ ਲਾਜ ਕਰਦਿਆਂ ਭਗਵਾਨ ਕ੍ਰਿਸ਼ਨ ਜੀ ਨੂੰ ਮੱਥਾ ਟੇਕਣਾ ਪਵੇਗਾ, ਉਹਨਾਂ ਦੇ ਅੱਗੇ ਝੁਕਣਾ ਪਵੇਗਾ। ਹੰਕਾਰ ਬੜਾ ਹੈ। ਉਹ ਸੋਚਦਾ ਹੈ ਕਿ ਭਗਵਾਨ ਕ੍ਰਿਸ਼ਨ ਇੱਕ ਛੋਟੇ ਜਿਹੇ ਰਾਜ ਦਵਾਰਕਾ ਦੇ ਰਾਜਾ ਨੇ, ਦਵਾਰਕਾਧੀਸ਼ ਨੇ। ਮੈਂ ਪੂਰੇ ਭਾਰਤ ਵਰਸ਼ ਹਿੰਦੁਸਤਾਨ ਦਾ ਰਾਜਕੁਮਾਰ, ਆਉਣ ਵਾਲਾ ਰਾਜਾ, ਬਾਦਸ਼ਾਹ ਬਣਨ ਵਾਲਾ, ਤੇ ਮੈਂ ਇੱਕ ਛੋਟੇ ਜਿਹੇ ਰਾਜੇ ਉਹਦੇ ਚਰਨਾਂ ਤੇ ਝੁਕਾਂ ਸਾਹਮਣੇ ਲੋਕਾਂ ਦੇ, ਤੇ ਮੇਰੀ ਤੋਹੀਨ, ਮੇਰੀ ਬੇਅਦਬੀ, ਬੇਇੱਜ਼ਤੀ ਹੋਵੇ। ਇਹਦੇ ਵਿੱਚ ਮੈਨੂੰ ਘਾਟਾ ਨਜ਼ਰ ਆਉਂਦਾ। ਉਹਦੇ ਜੁੰਡੀ ਦੇ ਯਾਰਾਂ ਨੇ ਵੀ ਹੋਰ ਬਲਦੀ ਉੱਤੇ ਤੇਲ ਪਾ ਦਿੱਤਾ ਕਿ ਨਹੀਂ ਰਾਜਕੁਮਾਰ, ਆਪ ਦਾ ਇਸ ਤਰ੍ਹਾਂ ਝੁਕਣਾ ਨਹੀਂ ਬਣਦਾ। ਸਾਰਿਆਂ ਰਲ ਮਿਲ ਸਲਾਹ ਦਿੱਤੀ ਕਿ ਜਦੋਂ ਭਗਵਾਨ ਕ੍ਰਿਸ਼ਨ ਜੀ ਦਰਬਾਰ ਦੇ ਵਿੱਚ ਦਾਖਲ ਹੋਣ ਤੇ ਆਪ ਕਿਤੇ ਇੱਧਰ ਉੱਧਰ ਚਲੇ ਜਾਓ। ਤੁਸੀਂ ਘੋੜਿਆਂ ਦੇ ਤਵੇਲੇ ਵੀ ਚਲੇ ਜਾਓ। ਭਗਵਾਨ ਕ੍ਰਿਸ਼ਨ ਜੀ ਤੁਹਾਡਾ ਪੁੱਛਣਗੇ, ਅਸੀਂ ਉਹਨਾਂ ਨੂੰ ਦੱਸ ਦੇਵਾਂਗੇ ਕਿ ਰਾਜਕੁਮਾਰ ਦੁਰਯੋਧਨ ਜੀ ਉੱਥੇ ਘੋੜੇ ਵੇਖਣ ਤਵੇਲੇ ਵਿੱਚ ਗਏ ਹੋਏ ਨੇ। ਉਹ ਵੀ ਅਕਸਰ ਰਾਜੇ ਨੇ ਭਗਵਾਨ ਕ੍ਰਿਸ਼ਨ, ਘੋੜਿਆਂ ਦੇ ਸ਼ੌਕੀਨ ਉਹ ਵੀ ਹੋਣਗੇ। ਉਹ ਤੁਹਾਡੇ ਮਗਰ ਆਉਣਗੇ। ਘੋੜਿਆਂ ਦੇ ਤਵੇਲੇ ਵਿੱਚ ਡੰਗਰਾਂ ਪਸ਼ੂਆਂ ਦੇ ਸਾਹਮਣੇ ਮੱਥਾ ਟੇਕ ਵੀ ਦਿਓ ਤੇ ਉੱਥੇ ਕਿਹੜਾ ਕੋਈ ਵੇਖਦਾ ਹੋਣਾ? ਉੱਥੇ ਕੋਈ ਵੇਖਦਾ ਨਹੀਂ ਹੋਣਾ ਤੇ ਹੰਕਾਰ ਨੂੰ ਸੱਟ ਨਹੀਂ ਵੱਜਣੀ ਤੇ ਇੱਕੋ ਵੇਲੇ ਦੋਨੋਂ ਕੰਮ ਹੋ ਜਾਣਗੇ। ਭਗਵਾਨ ਜੀ ਦਾ ਸਤਿਕਾਰ ਵੀ ਕਰ ਲਓਗੇ ਔਰ ਕੋਈ ਵੇਖੇਗਾ ਵੀ ਨਹੀਂ ਤੁਹਾਨੂੰ ਝੁਕਦਿਆਂ ਨੂੰ। ਇਹ ਸਲਾਹ ਬਣ ਗਈ। ਦੁਰਯੋਧਨ ਨੇ ਇਸੇ ਤਰ੍ਹਾਂ ਤਿਆਰੀ ਕਰ ਲਈ ਕਿ ਜਦੋਂ ਭਗਵਾਨ ਜੀ ਆਉਣ ਤੇ ਮੈਂ ਘੋੜਿਆਂ ਦੇ ਤਵੇਲੇ ਵਿੱਚ ਚਲਾ ਜਾਵਾਂ। ਇੱਧਰ ਭਗਵਾਨ ਜੀ ਉਹ ਤੇ ਦਿਲਾਂ ਦੀਆਂ ਜਾਣਦੇ ਨੇ, ਕਿਉਂਕਿ ਉਹ ਕਿਤੇ ਪਦਾਰਥਾਂ ਦੇ ਭੁੱਖੇ ਥੋੜੀ ਨੇ। ਉਹ ਝੂਠੇ ਮਾਣ ਸਤਿਕਾਰ ਦੇ ਭੁੱਖੇ ਨਹੀਂ, ਉਹ ਤੇ ਭੁੱਖੇ ਨੇ ਭਾਵਨਾ ਦੇ, ਪ੍ਰੇਮ ਦੇ। ਤੇ ਪ੍ਰੇਮ ਉਹਨਾਂ ਨੂੰ ਦੁਰਯੋਧਨ ਦੇ ਹਿਰਦੇ ਵਿੱਚ ਨਹੀਂ, ਦੁਰਯੋਧਨ ਨਾਲੋਂ ਕਈ ਗੁਣਾ ਵੱਧ ਪ੍ਰੇਮ ਜਿਹੜਾ ਹੈ ਅਸਲ ਉਹ ਬਿਦਰ ਦੇ ਸੀਨੇ ਵਿੱਚ ਨਜ਼ਰ ਆਉਂਦਾ ਹੈ। ਬਿਦਰ ਹੈ ਤੇ ਉਹ ਵੀ ਰਾਜ ਪਰਿਵਾਰ ਵਿੱਚੋਂ, ਪਰ ਦਾਸੀ ਦਾ ਪੁੱਤਰ ਹੈ। ਇਹ ਦਾਸੀ ਦਾ ਪੁੱਤਰ ਹੋਣ ਕਰਕੇ ਉਹਦੇ ਨਾਲ ਵਿਤਕਰਾ ਵੀ ਹੋ ਰਿਹਾ ਹੈ।
ਪਰ ਹੈ ਉਹ ਜਨਮਾਂ ਜਨਮਾਂ ਦਾ ਭਗਵਾਨ ਜੀ ਦਾ ਭਗਤ। ਸੱਚ ਬੋਲਣ ਦੀ ਖਾਤਰ, ਪਾਂਡਵਾਂ ਦਾ ਪੱਖ ਲੈਣ ਦੀ ਖਾਤਰ ਦੁਰਯੋਧਨ ਨੇ ਉਸ ਨੂੰ ਰਾਜ ਦਰਬਾਰ ਵਿੱਚੋਂ ਕੱਢ ਦਿੱਤਾ ਗਿਆ ਹੈ। ਧੱਕੇ ਮਾਰ ਰਾਜ ਦਰਬਾਰ ਵਿੱਚੋਂ ਕੱਢ ਜੰਗਲ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਹੋਇਆ ਸੀ ਬਿਦਰ ਜੀ ਨੂੰ। ਬਿਦਰ ਜੀ ਜਿਹੜੇ ਭਾਵਨਾ ਦੇ ਪ੍ਰੇਮ ਦੇ ਪੁਤਲੇ ਨੇ, ਜਮਨਾ ਦੇ ਕਿਨਾਰੇ ਜੰਗਲ ਦੇ ਵਿੱਚ ਕੁਟੀਆ ਪਾ ਕੇ ਰਹਿੰਦੇ ਨੇ। ਸਾਦਾ ਜੀਵਨ ਹੈ, ਅਲੂਣਾ ਜਿਹਾ ਸਾਗ, ਘਾਹ ਫੂਸ ਦਾ, ਦਰਖਤਾਂ ਦੇ ਪੱਤੇ ਛਿੱਲਾਂ ਤੋੜ ਕੇ ਖਾਂਦੇ ਨੇ। ਕੋਈ ਫਲ ਕੱਚੇ ਪੱਕੇ ਤੋੜ ਖਾ ਕੇ ਜਮਨਾ ਦਾ ਪਾਣੀ ਪੀ ਆਪਣਾ ਗੁਜ਼ਾਰਾ ਕਰਦੇ ਨੇ। ਔਰ ਪਰ ਹਿਰਦੇ ਵਿੱਚ ਭਗਤ ਜੀ ਭਗਵਾਨ ਦਾ ਅਥਾਹ ਪ੍ਰੇਮ ਲਈ ਬੈਠੇ ਨੇ। ਹਰ ਸਾਹ ਦੇ ਨਾਲ ਯਾਦ ਕਰਦੇ ਨੇ ਕਿ ਕਦ ਸਮਾਂ ਆਵੇ, ਸਮੇਂ ਦੇ ਅਵਤਾਰ ਮੇਰੇ ਦਿਲ ਦੀ ਬੇਦਨਾ, ਮੇਰੇ ਦਿਲ ਦੀ ਬੇਨਤੀ ਸੁਣ, ਮੈਨੂੰ ਦਰਸ਼ਨ ਦੇਣ, ਮੇਰੀ ਝੁੱਗੀ ਮੇਰੀ ਕੁਟੀਆ ਦੇ ਵਿੱਚ ਆਉਣ ਤੇ ਇਹ ਸਮਾਂ ਸੁਹਾਵਣਾ ਹੋ ਜਾਵੇ, ਇਹ ਧਰਤੀ ਦਾ ਕਣ ਕਣ ਪਵਿੱਤਰ ਹੋ ਜਾਵੇ। ਦਿਨ ਰਾਤ ਪੈ ਯਾਦ ਕਰਦੇ ਨੇ ਔਰ ਦਿਲਾਂ ਦੀਆਂ ਜਾਣਨ ਵਾਲੇ ਭਗਵਾਨ ਜੀ ਵੀ ਜਾਣਦੇ ਨੇ। ਉਹਨਾਂ ਨੇ ਵੀ ਖੇਡ ਵਰਤਾ ਦਿੱਤਾ ਕਿਉਂਕਿ ਉਹ ਭੁੱਖੇ ਨੇ ਤੇ ਕੇਵਲ ਭਾਵਨਾ ਦੇ ਤੇ ਪ੍ਰੇਮ ਦੇ। ਪਾਉ ਭਗਤ ਦਾ ਭੁੱਖਾ ਗੋਬਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਬਿੰਦ, 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 ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਬਿੰਦ, ਪਾਉ ਭਗਤ ਦਾ ਭੁੱਖਾ। ਸੱਚਮੁੱਚ ਗੋਬਿੰਦ ਪਾਉ ਭਗਤ ਦਾ ਭੁੱਖਾ। ਆਪਣੇ ਭਗਤ ਦਾ, ਆਪਣੇ ਪਿਆਰੇ ਦਾ, ਆਪਣੇ ਪ੍ਰੇਮੀ ਦਾ ਪ੍ਰੇਮ ਕਬੂਲਣ ਲਈ ਭਗਵਾਨ ਕ੍ਰਿਸ਼ਨ ਜੀ ਆ ਗਏ ਨੇ। ਉਹ ਦਿਨ ਨਿਯਤ ਕੀਤਾ ਹੋਇਆ ਆ ਗਿਆ ਜਿਸ ਦਿਨ ਭਗਵਾਨ ਜੀ ਨੇ ਹਸਤਨਾਪੁਰ ਆ ਕੇ ਕੌਰਵਾਂ ਨੂੰ ਸਮਝਾਉਣਾ ਸੀ, ਹੋਣ ਵਾਲੇ ਯੁੱਧ ਨੂੰ ਟਾਲਣ ਦਾ ਯਤਨ ਕਰਨਾ ਸੀ। ਇੱਧਰ ਸਮੇਂ ਦੇ ਮੁਤਾਬਕ ਦੁਰਯੋਧਨ ਨੂੰ ਜਦੋਂ ਪਤਾ ਲੱਗਾ ਕਿ ਭਗਵਾਨ ਜੀ ਬਾਹਰ ਸ਼ਹਿਰੋਂ ਬਾਹਰ ਦੁਆਰ ਦੇ ਉੱਪਰ ਪਹੁੰਚਣ ਵਾਲੇ ਨੇ ਔਰ ਦੁਰਯੋਧਨ ਉਸੇ ਵੇਲੇ ਭਰੀ ਸਭਾ ਦੇ ਵਿੱਚੋਂ ਉੱਠ ਚਲਾ ਗਿਆ ਘੋੜਿਆਂ ਦੇ ਤੇਵਰ ਦੇ ਵਿੱਚ। ਇੱਧਰ ਦਿਲਾਂ ਦੇ ਜਾਣਨ ਵਾਲੇ ਭਗਵਾਨ ਜੀ ਜਦੋਂ ਆਏ ਨੇ ਹਸਤਨਾਪੁਰ ਬਾਹਰਲੇ ਦਰਵਾਜ਼ੇ ਦੇ ਬਾਹਰ ਆਏ ਤੇ ਰੱਥ ਰੁਕਵਾ ਲਿਆ। ਰੱਥ ਉੱਪਰੋਂ ਹੇਠਾਂ ਉਤਰੇ, ਆਪਣੇ ਸੇਵਾਦਾਰਾਂ ਨੂੰ, ਆਪਣੇ ਰੱਥ ਨੂੰ, ਰਥਵਾਨ ਨੂੰ ਤੇ ਹੋਰ ਆਪਣੇ ਕਰਮਚਾਰੀਆਂ ਨੂੰ ਭੇਜ ਦਿੱਤਾ ਰਾਜ ਦਰਬਾਰ ਵੱਲ, ਦੁਰਯੋਧਨ ਦੇ ਦਰਬਾਰ ਵੱਲ। ਪਰ ਆਪ ਪੈਰਾਂ ਵਿੱਚੋਂ ਉਤਾਰਿਆ ਜੋੜਾ ਜਮਨਾ ਦੇ ਕਿਨਾਰੇ ਮਸਤੀ ਦੀ ਚਾਲ ਚੱਲਦੇ ਹੋਏ ਤੁਰ ਪਏ ਨੇ ਆਪਣੇ ਪਿਆਰੇ ਭਗਤ ਬਿਦਰ ਨੂੰ ਮਿਲਣ ਲਈ। ਕੈਸਾ ਸੁਹਾਵਣਾ ਸਮਾਂ ਹੈ, ਜੰਗਲ ਹੈ, ਵਿੱਚ ਦੀ ਵਹਿੰਦੀ ਹੋਈ ਜਮਨਾ ਹੈ, ਜਮਨਾ ਦੇ ਕਿਨਾਰੇ ਉਸ ਵੇਲੇ ਸਮੇਂ ਦਾ ਅਵਤਾਰ ਮਾਲਕ ਭਗਵਾਨ ਕ੍ਰਿਸ਼ਨ ਅਲਵੇਲੀ ਜੀ ਚਾਲ ਤੁਰਿਆ ਜਾਂਦਾ ਹੈ। ਬੁੱਲਾਂ ਦੇ ਨਾਲ ਬਾਂਸ ਦੀ ਪੋਰੀ ਲਾਈ ਹੋਈ ਹੈ, ਵਿਰਲੀ ਮੁਰਲੀ ਦੇ ਵਿੱਚ ਫੂਕ ਮਾਰਦੇ ਨੇ। ਉਹ ਫੂਕ ਵੱਜਦੀ ਏ, ਫੂਕ ਜਦੋਂ ਬਰਾਗ ਭਰੀ ਬਾਂਸ ਦੀ ਪੋਰੀ ਦੇ ਵਿੱਚੋਂ ਨਿਕਲ ਕੇ ਭਗਵਾਨ ਕ੍ਰਿਸ਼ਨ ਜੀ ਦੇ ਪਵਿੱਤਰ ਮੁਖ ਚੋਂ ਨਿਕਲੀ ਹੋਈ ਉਹ ਹਵਾ ਬਾਂਸ ਦੀ ਪੋਰੀ ਵਿੱਚੋਂ ਗੁਜ਼ਰਦੀ ਏ ਤੇ ਜੰਗਲ ਦੇ ਵਿੱਚ ਸਨਾਟਾ ਛਾਉਂਦਾ ਜਾਂਦਾ ਹੈ। ਜੰਗਲੀ ਜਨੌਰਾਂ ਦੀਆਂ ਸਮਾਧੀਆਂ ਲੱਗਦੀਆਂ ਜਾਂਦੀਆਂ। ਇਉਂ ਜਾਪਦਾ ਏ ਕਿ ਜਮਨਾ ਦਾ ਪਾਣੀ ਵੀ ਵਗਦਾ ਖਲੋ ਗਿਆ ਏ, ਵਗਦੀ ਹੋਈ ਹਵਾ ਵੀ ਸਹਿਮ ਕੇ ਜਾਪਦੀ ਏ। ਭਗਵਾਨ ਕ੍ਰਿਸ਼ਨ ਜੀ ਦੀ ਮੁਰਲੀ ਗੂੰਜਦੀ ਹੋਈ ਜਾ ਰਹੀ ਏ ਨਾਲ ਜੰਗਲ ਦੇ ਵਿੱਚ। ਭਗਵਾਨ ਜੀ ਨੰਗੇ ਪੈਰੀਂ ਆਪਣੇ ਪਿਆਰੇ ਭਗਤ ਨੂੰ ਮਿਲਣ ਲਈ ਪਹੁੰਚ ਗਏ ਜਿੱਥੇ ਬਿਦਰ ਦੀ ਕੁੱਲੀ ਸੀ। ਇਤਿਹਾਸ ਕਹਿੰਦਾ ਕਿ ਉਸ ਵੇਲੇ ਬਿਦਰ ਜੀ ਆਪਣੀ ਕੁਟੀਆ ਦੇ ਵਿੱਚ ਨਹੀਂ ਸਨ। ਉਹ ਘਾਹ ਫੂਸ ਦਾ ਸਾਗ ਤੋੜਨੇ ਲਈ ਜੰਗਲ ਵੱਲ ਗਏ ਹੋਏ ਸਨ। ਕੁਟੀਆ ਦੇ ਵਿੱਚ ਉਸ ਵੇਲੇ ਸੀ ਬਿਦਰ ਜੀ ਦੀ ਧਰਮ ਸੁਪਤਨੀ। ਭਗਵਾਨ ਕ੍ਰਿਸ਼ਨ ਜੀ ਨੂੰ ਜਦੋਂ ਵੇਖਿਆ
ਭਗਵਾਨ ਕ੍ਰਿਸ਼ਨ ਜੀ ਨੇ ਜਦੋਂ ਚਰਨ ਪਾਏ ਉਹਨਾਂ ਦੀ ਕੁਟੀਆ ਵਿੱਚ ਤੇ ਐਸਾ ਚਾਅ ਚੜਿਆ, ਐਸਾ ਭਾਵਨਾ ਦੀ ਅੰਦਰੋਂ ਉਛਾਲਾ ਵੱਜਾ ਕਿ ਜਿਹਨੂੰ ਕਹਿੰਦੇ ਨੇ ਗੁਰਮਤਿ ਦਾ ਬੋਲ ਕਿ ਦਰਸ਼ਨ ਪੇਖਤੇ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। दर्शन पेखते ही सुध की न सुध रही, बुद्ध की न बुद्ध रही, मत में न मत है। दर्शन पेखते ही सुध की न सुध रही, बुद्ध की न बुद्ध रही, मत में न मत है। ਇਹੀ ਤੇ ਪਿਆਰਿਆਂ ਦਾ ਹਾਲ ਹੁੰਦਾ ਹੈ, ਜਿਹੜੇ ਉਡੀਕਦੇ ਨੇ ਮਾਲਕ ਨੂੰ, ਜਿਨ੍ਹਾਂ ਨੂੰ ਉਹਦੇ ਦਰਸ਼ਨਾਂ ਦੀ ਕਦਰ ਹੈ। ਉਹ ਦਰਸ਼ਨ ਪੇਖਦੇ ਆਏ, ਆਪਣੇ ਮਾਲਕ ਨੂੰ ਤੱਕਦੇ ਆਏ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਨਾ ਸੁਧ ਰਹੀ, ਨਾ ਅਕਲ ਰਹੀ, ਨਾ ਬੁੱਧ ਰਹੀ। ਸਿਆਣਪਾਂ ਚਤਰਾਈਆਂ ਚਲਾਕੀਆਂ ਉੱਡ ਗਈਆਂ ਤੇ ਹਿਰਦੇ ਵਿੱਚ ਦਿਲੋਂ ਦਿਮਾਗ ਤੇ ਭਾਵਨਾ ਨੇ, ਪ੍ਰੇਮ ਨੇ ਕਰ ਲਿਆ ਕਬਜ਼ਾ। ਪਤਾ ਨਾ ਲੱਗਾ ਕਿ ਸੇਵਾ ਕਿਵੇਂ ਕਰਾਂ, ਕਿੱਥੇ ਬਿਠਾਵਾਂ। ਆਖਰ ਘਾਹ ਫੂਸ ਦਾ 70 ਕੁਟੀਆ ਦੇ ਵਿੱਚ ਵਿਛਿਆ ਹੋਇਆ ਸੀ। ਭਗਵਾਨ ਜੀ ਉਹਦੇ ਉੱਪਰ ਚੌਂਕੜਾ ਮਾਰ ਕੇ ਬਹਿ ਗਏ ਨੇ। ਪਿਆਰ ਦੇ ਵਿੱਚ ਚੱਲੀ ਹੋਈ ਬਿਦਰ ਜੀ ਦੀ ਪਤਨੀ ਭਗਵਾਨ ਜੀ ਦੀ ਲੱਗੀ ਸੇਵਾ ਕਰਨ। ਤੇ ਸੇਵਾ ਕੀ ਕਰਨੀ ਸੀ? ਉੱਥੇ ਕੋਈ 36 ਪ੍ਰਕਾਰ ਦੇ ਭੋਜਨ ਨਹੀਂ ਸਨ, ਕੋਈ ਹਲਵਾਈ ਨਹੀਂ ਸਨ, ਕੋਈ ਰਾਜਸੀ ਠਾਠ ਵਾਟ ਨਹੀਂ, ਕੇਵਲ ਕੱਖਾਂ ਦੀ ਝੁੱਗੀ ਹੈ ਤੇ ਸਾਦਾ ਭੋਜਨ ਜੰਗਲ ਵਿੱਚੋਂ ਜੋ ਮਿਲਦਾ ਹੈ ਉਹ ਆਪ ਛਕਦੇ ਨੇ। ਤੇ ਭਗਵਾਨ ਜੀ ਨੂੰ ਛਕਾਉਣ ਲੱਗੀ ਜੰਗਲ ਵਿੱਚੋਂ ਲਿਆਂਦੇ ਹੋਏ ਕੇਲੇ ਰੱਖੇ ਨੇ। ਇੱਕ ਕੇਲਾ ਫੜਦੀ ਏ, ਕੇਲੇ ਨੂੰ ਛਿਲਦੀ ਏ ਤੇ ਪਿਆਰ ਦੇ ਵਿੱਚ ਅੰਨੀ ਹੋਈ, ਰਮਲੀ ਕਮਲੀ ਹੋਈ ਛਿਲਕਾ ਭਗਵਾਨ ਜੀ ਦੇ ਮੂੰਹ ਅੱਗੇ ਕਰ ਦਿੰਦੀ ਏ ਤੇ ਗੁੱਦਾ ਕੇਲੇ ਵਿੱਚੋਂ ਸੁੱਟ ਕੇ ਬਾਹਰ ਸੁੱਟ ਦਿੰਦੀ ਏ ਫੜ ਕੇ। ਫਿਰ ਦੂਸਰਾ ਕੇਲਾ, ਤੀਸਰਾ ਕੇਲਾ। ਤੇ ਭਗਵਾਨ ਜੀ ਵੀ ਨੇਤਰ ਮੁੰਦੇ ਹੋਏ ਨੇ, ਮੰਦ ਮੰਦ ਮੁਸਕਰਾ ਰਹੇ ਨੇ। ਚੌਂਕੜਾ ਮਾਰਿਆ ਹੋਇਆ ਪੀਤੰਬਰ ਨੇ, ਪੀਲੇ ਵਸਤਰ ਪਾਈ, ਕਾਫੂਸ ਦੇ 70 ਤੇ ਬੈਠੇ ਹੋਏ ਕੇਲਿਆਂ ਦੀ ਛਿਲਕੇ ਛਕੀ ਜਾ ਰਹੇ ਨੇ। ਥੋੜੀ ਦੇਰ ਬਾਅਦ ਬਿਦਰ ਜੀ ਜਦੋਂ ਜੰਗਲ ਵਿੱਚੋਂ ਆਏ ਤੇ ਆ ਕੇ ਕੀ ਵੇਖਦੇ ਨੇ? ਕੁਟੀਆ ਦੇ ਬਾਹਰ ਕੇਲਿਆਂ ਦੇ ਗੁੱਦੇ ਗੁੱਦੇ ਖਿਲਰੇ ਪਏ ਨੇ, ਛਿਲਕਾ ਕੋਈ ਨਜ਼ਰ ਨਹੀਂ ਆਉਂਦਾ। ਕੇਲੇ ਦਾ ਗੁੱਦਾ ਬਾਹਰ ਕੁਟੀਆ ਦੇ ਖਿਲਰਿਆ ਪਿਆ। ਅਗਾਂਹ ਹੋ ਕੇ ਵੇਖਿਆ ਕਿ ਮਾਜਰਾ ਕੀ ਹੈ ਤੇ ਕੀ ਤੱਕਦੇ ਨੇ। ਸਮੇਂ ਦੇ ਅਵਤਾਰ ਭਗਵਾਨ ਕ੍ਰਿਸ਼ਨ ਗੋਬਿੰਦ ਗੋਵਰਧਨ ਧਾਰੀ ਮੁਰਲੀ ਮਨੋਹਰ ਬੈਠੇ ਹੋਏ ਨੇ 70 ਦੇ ਉੱਪਰ, ਕਾਫੂਸ ਦੇ ਉੱਪਰ। ਤੇ ਭਗਵਾਨ ਜੀ ਦੇ ਮੁਖ ਦੇ ਲਾਗੇ ਬਿਦਰ ਦੀ ਘਰਵਾਲੀ ਨੇ ਛਿਲਕਾ ਕੀਤਾ ਹੋਇਆ ਹੈ। ਬਿਦਰ ਜੀ ਸਮਝ ਗਏ ਸਾਰੀ ਗੱਲ ਕਿ ਇਹ ਰਮਲੀ ਕਮਲੀ ਹੋ ਗਈ, ਇਹ ਝੱਲੀ ਹੋ ਗਈ ਪਿਆਰ ਦੀ ਵਿੱਚ। ਇੱਕਦਮ ਦੌੜੇ ਤੇ ਜਾ ਕੇ ਆਪਣੀ ਘਰਵਾਲੀ ਦਾ ਹੱਥ ਫੜ ਲਿਆ। ਬਿਦਰ ਜੀ ਨੇ ਆਪਣੀ ਘਰਵਾਲੀ ਦਾ ਹੱਥ ਫੜਿਆ ਤੇ ਭਗਵਾਨ ਜੀ ਨੇ ਬਿਦਰ ਦਾ ਹੱਥ ਫੜ ਲਿਆ। ਕਹਿੰਦੇ ਨੇ ਬਿਦਰ ਕੀ ਕਰਨਾ ਹੈ, ਕੀ ਕਹਿਣਾ ਚਾਹੁੰਦਾ ਹੈ? ਤੇ ਬਿਦਰ ਜੀ ਕਹਿੰਦੇ ਨੇ ਭਗਵਾਨ ਜੀ ਇਹਨੂੰ ਤੇ ਪਤਾ ਨਹੀਂ, ਤੁਸੀਂ ਰੋਕ ਦਿੰਦੇ, ਇਹ ਤੇ ਵਿਚਾਰੀ ਕਮਲੀ ਹੋਈ ਤੁਹਾਨੂੰ ਛਿਲਕੇ ਛਕਾਈ ਜਾਂਦੀ, ਤੁਸੀਂ ਵੀ ਉਂਝ ਛਕੀ ਜਾਂਦੇ ਹੋ। ਆਹਾ। ਤੇ ਭਗਵਾਨ ਜੀ ਨੇ ਜਿਹੜਾ ਜਵਾਬ ਦਿੱਤਾ, ਕਹਿਣ ਲੱਗੇ ਬਿਦਰ ਨਾ ਮੈਨੂੰ ਕੇਲਿਆਂ ਦੇ ਗੁੱਦੇ ਦੀ ਭੁੱਖ ਏ, ਨਾ ਮੈਨੂੰ ਕੇਲਿਆਂ ਦੇ ਛਿਲਕੇ ਦੀ ਭੁੱਖ ਏ, ਕਿਉਂਕਿ ਮੈਨੂੰ ਭੁੱਖ ਏ ਭਾਵਨਾ ਦੀ, ਪ੍ਰੇਮ ਦੀ। ਉਹ ਤੇਰੇ ਹਿਰਦੇ ਵਿੱਚ, ਤੇਰੀ ਘਰਵਾਲੀ ਦੇ ਹਿਰਦੇ ਵਿੱਚ, ਤੁਹਾਡੀ ਕੁਟੀਆ ਦੇ ਵਿੱਚ ਪ੍ਰੇਮ ਦਾ ਬੂਟਾ ਲੱਗਿਆ ਵੇਖ ਕੇ ਤੇ ਐਡੀ ਦੂਰ ਨੰਗੇ ਪੈਰ ਚੱਲ ਕੇ ਜਮਨਾ ਦੇ ਕਿਨਾਰੇ ਤੁਰ ਕੇ ਆਇਆ, ਕਿਉਂਕਿ ਮੈਨੂੰ ਭੁੱਖ ਸੀ ਕੇਵਲ ਤੇ ਕੇਵਲ ਪਿਆਰ ਦੀ। ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ। ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ। ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ। ਸਾਰੀ ਰਾਤ ਭਗਵਾਨ ਜੀ ਨੇ ਬਿਦਰ ਦੀ ਕੁੱਲੀ ਦੇ ਵਿੱਚ ਗੁਜ਼ਾਰੀ।
ਜੋ ਕੁਝ ਉੱਥੇ ਭੋਜਨ ਪਿਆਰ ਦਾ ਸੀ ਉਹ ਛਕਿਆ। ਸਾਰੀ ਰਾਤ ਪਰਮੇਸ਼ਰ ਦੇ ਗੀਤ ਗਾਉਂਦਿਆਂ ਰਾਤ ਗੁਜ਼ਾਰੀ। ਇੱਧਰ ਦੁਰਯੋਧਨ ਸਾਰਾ ਦਿਨ ਘੋੜਿਆਂ ਦੇ ਤਵੇਲੇ ਵਿੱਚ ਭਗਵਾਨ ਜੀ ਨੂੰ ਉਡੀਕਦਾ ਰਿਹਾ। ਭਗਵਾਨ ਜੀ ਆਏ ਨਹੀਂ, ਉਹਨਾਂ ਦੇ ਸੇਵਾਦਾਰ ਪਹੁੰਚ ਗਏ ਨੇ। ਸਾਰੀ ਗੱਲ ਸਮਝ ਲੱਗੀ ਕਿ ਭਗਵਾਨ ਜੀ ਬਿਦਰ ਦੀ ਕੁੱਲੀ ਵੀ ਚਲੇ ਗਏ ਨੇ ਤੇ ਸੜ ਵੜ ਕੇ ਕੋਲੇ ਹੋ ਗਿਆ। ਬੜਾ ਸ਼ਰਮਿੰਦਾ ਹੋਇਆ। ਜਾਣ ਗਿਆ ਸੀ ਕਿ ਦਿਲਾਂ ਦੀਆਂ ਜਾਣਨ ਵਾਲੇ ਨੇ ਜਾਣ ਤੇ ਲਿਆ ਹੈ, ਪਰ ਹੰਕਾਰ ਹਾਲੀ ਵੀ ਝੁਕਣਾ ਨਹੀਂ ਚਾਹੁੰਦਾ। ਅਗਲੇ ਦਿਨ ਸਰਸਰੀ ਜਿਹਾ ਸਤਿਕਾਰ ਕਰਨੇ ਨੂੰ ਆਪਣੇ ਕਰਮਚਾਰੀਆਂ ਦੇ ਕਹਿਣ ਸਮਝਾਉਣ ਤੇ ਵਜ਼ੀਰਾਂ ਦੇ ਕਹਿਣ ਤੇ ਪਾਲਕੀ ਭੇਜੀ ਭਗਵਾਨ ਜੀ ਨੂੰ ਲਿਆਉਣ ਲਈ ਬਿਦਰ ਦੀ ਕੁੱਲੀ ਵਿੱਚ। ਤੇ ਭਗਵਾਨ ਜੀ ਆ ਗਏ, ਕਿਉਂਕਿ ਉਹ ਤੇ ਆਏ ਦੁਰਯੋਧਨ ਨੂੰ ਸਮਝਾਉਣ ਲਈ ਸਨ। ਆ ਗਏ ਦਰਬਾਰ ਦੇ ਵਿੱਚ। ਜਦੋਂ ਆਏ, ਦਰਬਾਰ ਲੱਗਾ ਹੋਇਆ ਏ। ਸਿੰਘਾਸਨ ਦੇ ਉੱਪਰ ਨੇਤਰਹੀਣ ਹਿੰਦੁਸਤਾਨ ਦਾ ਭਾਰਤ ਵਰਸ਼ ਦਾ ਰਾਜਾ ਧ੍ਰਿਤਰਾਸ਼ਟਰ, ਸੱਜੇ ਖੱਬੇ ਮੰਤਰੀਗਣ ਬੈਠੇ ਹੋਏ ਨੇ, ਜਿਨ੍ਹਾਂ ਦੇ ਵਿੱਚ ਭੀਸ਼ਮ ਪਿਤਾਮਹ, ਦੁਰਯੋਧਨ, ਕਰਨ ਔਰ ਗੁਰੂ ਦਰੋਣਾਚਾਰੀਆ, ਕਿਰਪਾਚਾਰੀਆ, ਇਹ ਸਾਰੇ ਬੈਠੇ ਹੋਏ ਸਨ। ਭਗਵਾਨ ਜੀ ਜਦੋਂ ਆਏ, ਦਰਬਾਰ ਵਿੱਚ ਦਾਖਲ ਹੋਏ ਤੇ ਦੁਰਯੋਧਨ ਨੇ ਸਾਰਿਆਂ ਦੇ ਸਾਹਮਣੇ ਭਗਵਾਨ ਜੀ ਦੇ ਨਾਲ ਗਿਲਾ ਕੀਤਾ। ਬਾਕੀ ਗੱਲ ਤੇ ਬਾਅਦ ਵਿੱਚ ਬੜਾ ਗਿਲਾ ਕਰਦਾ ਹੈ। ਹੁਣ ਜਿਹੜੀ ਗੱਲਬਾਤ ਭਗਵਾਨ ਕ੍ਰਿਸ਼ਨ ਜੀ ਵਿੱਚ ਅਤ ਦੇ ਹੰਕਾਰੀ ਪ੍ਰੇਮ ਤੋਂ ਸਖਣੇ ਦੁਰਯੋਧਨ ਦੇ ਵਿੱਚ ਜਿਹੜੀ ਉਸ ਵੇਲੇ ਗੱਲਬਾਤ ਹੋਈ, ਉਸ ਗੱਲਬਾਤ ਨੂੰ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਅੰਕਿਤ ਕਰਦੇ ਨੇ। ਤੇ ਕੈਸਾ ਫਿਰ ਰੱਬ ਦੇ ਘਰ ਪ੍ਰੇਮ ਦਾ ਮੁੱਲ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਕਿ ਵਾਹਿਗੁਰੂ ਦੀ ਨਿਗਾਹ ਵਿੱਚ ਉਹਦੇ ਘਰ ਪ੍ਰੇਮ ਦਾ, ਭਾਵਨਾ ਦਾ ਮੁੱਲ ਕੀ ਹੈ। ਦੁਰਯੋਧਨ ਗਿਲਾ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁਖਾ। ਜਦੋਂ ਪਤਾ ਲੱਗਾ ਦੁਰਯੋਧਨ ਨੂੰ ਕਿ ਆਇਆ ਸੁਣਿਆ, ਕਿ ਪਤਾ ਲੱਗਾ ਸੁਣਿਆ ਕਿ ਭਗਵਾਨ ਜੀ ਚਲੇ ਗਏ ਨੇ, ਬਿਦਰ ਦੀ ਕੁੱਲੀ ਵਿੱਚ ਰਾਤ ਗੁਜ਼ਾਰੀ ਹੈ, ਤੇ ਬੜੇ ਰੁੱਖੇ ਜਿਹੇ ਪਿਆਰ ਦੇ ਬੋਲ ਨਹੀਂ, ਰੁੱਖੀ ਜਿਹੀ ਬੋਲੀ ਬੋਲਦੇ ਹੋਏ, ਰੁੱਖੇ ਜਿਹੇ ਉਖੜੇ ਜਿਹੇ ਭਗਵਾਨ ਜੀ ਨੂੰ ਸਵਾਲ ਕਰਦੇ ਨੇ। ਬੋਲੇ ਦੁਰਯੋਧਨ ਹੋਏ ਰੁੱਖਾ, ਕੀ ਕਹਿੰਦਾ? ਕਹਿੰਦਾ ਘਰ ਅਸਾਡੇ ਛੱਡ ਕੇ ਉਹ ਗੋਲੇ ਦੇ ਘਰ ਜਾਏ ਕੇ ਸੁੱਖਾ। ਕਹਿੰਦੇ ਤੁਸੀਂ ਮੇਰਾ ਘਰ, ਮੇਰਾ ਰਾਜ ਮਹਿਲ, ਇਤਨਾ ਸੁੰਦਰ ਮਹਿਲ ਮਕਾਨ ਛੱਡ ਕੇ ਮੇਰੇ ਗੋਲੇ, ਮੇਰੇ ਨੌਕਰ, ਮੇਰੇ ਦਰਬਾਰ ਵਿੱਚੋਂ ਕੱਢੇ ਹੋਏ ਮੇਰੇ ਮੰਤਰੀ ਦੇ ਘਰ ਜਾ ਕੇ ਕੀ ਸੁੱਖ ਪਾਇਆ ਹੋਵੇਗਾ? ਉੱਥੇ ਤੁਹਾਨੂੰ ਕੀ ਆਨੰਦ ਆਇਆ ਹੋਵੇਗਾ? ਗੋਲੇ ਦੇ ਘਰ ਜਾਏ ਕੇ ਸੁੱਖਾ। ਤੇ ਭਗਵਾਨ ਜੀ ਪੁੱਛਦੇ ਨੇ, ਦੁਰਯੋਧਨ ਫਰਕ ਕੀ ਹੈ ਤੇਰੀ ਨਿਗਾਹ ਦੇ ਵਿੱਚ? ਇੱਥੇ ਕਿਹੜੀ ਚੀਜ਼ ਸੀ ਜਿਹੜੀ ਮੈਨੂੰ ਉੱਥੇ ਨਹੀਂ ਸੀ ਮਿਲਣੀ, ਜਾਂ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਉਹ ਕੇਵਲ ਤੇਰੇ ਕੋਲ ਹੀ ਸੀ, ਬਿਦਰ ਦੇ ਕੋਲ ਹੈ ਨਹੀਂ ਸੀ? ਮੈਨੂੰ ਵੀ ਸਮਝਾ ਕਿ ਫਰਕ ਕੀ ਹੈ ਤੇਰੇ ਤੇ ਬਿਦਰ ਦੇ ਵਿੱਚ। ਕਹਿੰਦਾ ਦੁਰਯੋਧਨ ਹੰਕਾਰੀ ਹੋਇਆ। ਕਹਿੰਦਾ ਭਗਵਾਨ ਜੀ, ਜਦੋਂ ਵੀ ਕੋਈ ਸਤਿਕਾਰ ਵਾਲਾ ਬੰਦਾ ਘਰ ਵਿੱਚ ਆਵੇ ਤੇ ਬੰਦੇ ਆਲੇ ਦੁਆਲਿਓਂ ਪਤਵੰਤੇ ਸੱਜਣ ਸਿਆਣੇ ਸਿਆਣੇ ਬੰਦੇ ਇਕੱਠੇ ਕਰਕੇ ਉਹਦੀ ਆਓ ਭਗਤ ਲਈ ਬਿਠਾਲੇ ਜਾਂਦੇ ਨੇ। ਉਹਦੇ ਸਤਿਕਾਰ ਕਰਨੇ ਨੂੰ ਪਤਵੰਤੇ ਸੱਜਣ ਬੈਠੇ ਹੁੰਦੇ ਨੇ ਕਿ ਆਉਣ ਵਾਲੇ ਬੰਦੇ ਦਾ ਯੋਗ ਸਤਿਕਾਰ ਹੋ ਸਕੇ। ਤੇ ਬਿਦਰ ਦੇ ਕੋਲ ਤੇ ਬੰਦਾ ਹੀ ਕੋਈ ਨਹੀਂ। ਆਪ ਬਿਦਰ ਸਾਰਾ ਦਿਨ ਜੰਗਲ ਦੇ ਵਿੱਚ ਖਾਕ ਛਾਣ ਦਾ, ਘਾਹ ਫੂਸ ਦਾ, ਸਾਗ ਪੱਠਾ ਦੱਥਾ ਇਕੱਠਾ ਕਰਦਾ ਗੁਜ਼ਾਰ ਦਿੰਦਾ ਹੈ, ਤੇ ਘਰ ਵਿੱਚ ਹੋਰ ਬੰਦਾ ਕਿੱਥੋਂ ਹੋਣਾ? ਘਰ ਵਿੱਚ ਘਰ ਵਾਲੀ ਇਕੱਲੀ, ਤੇ ਤੁਸੀਂ ਉੱਥੇ ਗਏ ਤੇ ਇੱਥੇ ਮੈਂ ਤੁਹਾਡੇ ਸਤਿਕਾਰ ਵਿੱਚ ਵੇਖੋ ਸਭਾ ਦਾ ਸ਼ਿੰਗਾਰ, ਵੱਡੇ ਵੱਡੇ ਮਨੁੱਖ ਕੌਣ ਕੌਣ? ਕਹਿੰਦੇ ਭੀਸ਼ਮ, ਦਰੋਣਾ, ਕਰਨ, ਤਜ। ਇੱਥੇ ਤੁਹਾਡੇ ਸਤਿਕਾਰ ਲਈ ਭੀਸ਼ਮ ਪਿਤਾਮਾ ਵਰਗੇ ਬਜ਼ੁਰਗ, ਦਰੋਣਾਚਾਰਿਆ ਵਰਗੇ ਗੁਰੂ, ਕਰਨ ਵਰਗੇ ਯੋਧੇ ਤੁਹਾਡੇ ਸਤਿਕਾਰ ਲਈ ਤੁਹਾਨੂੰ ਆਓ ਭਗਤ ਕਹਿਣ ਲਈ ਬੈਠੇ ਹੋਏ ਸਨ। ਤੇ ਭਗਵਾਨ ਜੀ ਹੱਸ ਪਏ। ਕਹਿੰਦੇ ਦੁਰਯੋਧਨ, ਓਏ ਮੈਨੂੰ ਆਓ ਭਗਤ ਦੀ ਲੋੜ ਨਹੀਂ, ਮੈਨੂੰ ਭਾਓ ਭਗਤ ਦੀ ਲੋੜ ਹੈ। ਇੱਕ ਹੁੰਦੀ ਸਾਧ ਸੰਗਤ ਆਓ ਭਗਤ, ਕਿ ਕੇਵਲ
ਮੂੰਹ ਮਲਾਜਾ ਰੱਖਣ ਲਈ ਇੱਕ ਫਾਰਮੈਲਿਟੀ ਜਿਹਨੂੰ ਕਹਿੰਦੇ ਨੇ, ਕੇਵਲ ਤੇ ਕੇਵਲ ਇੱਕ ਮੂੰਹ ਮਲਾਜੇ ਦੇ ਤੌਰ ਦੇ ਉੱਪਰ ਲੋਕ ਲਾਜ ਲਈ ਆਏ ਹੋਏ ਸੱਜਣ ਦਾ ਸਤਿਕਾਰ ਕਰਨੇ ਲਈ ਆਓ ਭਗਤ ਕਰਨੇ। ਉਹ ਹੁੰਦੀ ਏ ਉੱਪਰੋਂ ਉੱਪਰੋਂ, ਉਹ ਹੁੰਦੀ ਏ ਫਰਜ਼ੀ, ਤੇ ਭਾਉ ਭਗਤ ਹੁੰਦੀ ਏ ਭਾਵਨਾ ਦੀ, ਅੰਦਰੋਂ ਪਿਆਰ ਦੀ। ਭੱਬਾ ਊੜੇ ਨੂੰ ਔਂਕੜ, ਇਹ ਹੁੰਦਾ ਭਉ। ਭਉ ਦਾ ਅਰਥ ਹੁੰਦਾ ਡਰ, ਭੈ। ਬਾਣੀ ਵਿੱਚ ਦੋਨੋਂ ਅੱਖਰ ਆਉਂਦੇ ਨੇ, ਤੇ ਇੱਕ ਹੁੰਦਾ ਭੱਬੇ ਨੂੰ ਕੰਨਾ, ਊੜੇ ਨੂੰ ਔਂਕੜ ਭਾਉ, ਤੇ ਭਾਉ ਦਾ ਅਰਥ ਹੁੰਦਾ ਭਾਵਨਾ, ਪਿਆਰ, ਪ੍ਰੇਮ। ਤੇ ਮਹਾਰਾਜ ਕਹਿੰਦੇ ਨੇ ਦੁਰਯੋਧਨ, ਉਹ ਮੈਨੂੰ ਆਓ ਭਗਤ ਦੀ ਲੋੜ ਨਹੀਂ, ਮੈਨੂੰ ਭਾਉ ਭਗਤ ਦੀ ਲੋੜ ਸੀ। ਭੀਸ਼ਮ ਦਰੋਣਾ ਕਰਨ ਤਜ ਸਵਾ ਸ਼ਿੰਗਾਰ ਵੱਡੇ ਮਨੁੱਖਾ। ਤੇ ਦੁਰਯੋਧਨ ਕਹਿੰਦਾ ਭਗਵਾਨ ਜੀ ਕੁਝ ਵੀ ਹੋਵੇ, ਤੁਸੀਂ ਬਿਦਰ ਦੀ ਕੁੱਲੀ ਵਿੱਚ ਜਾ ਕੇ ਸਾਡਾ ਸਾਰਿਆਂ ਦਾ ਹਿਰਦਾ ਲੂਹ ਦਿੱਤਾ ਏ, ਸਾੜ ਦਿੱਤਾ ਏ, ਕੂਕ ਦਿੱਤਾ ਸਾਨੂੰ, ਤੇ ਕੋਲੇ ਕਰ ਛੱਡਿਆ ਸਾਡਾ ਦਿਲ, ਕਿਉਂਕਿ ਅਸੀਂ ਤੁਹਾਡੀ ਉਡੀਕ ਵਿੱਚ ਸਾਂ। ਤੇ ਕਹਿੰਦੇ ਨੇ ਭਾਈ ਗੁਰਦਾਸ ਜੀ, ਚੁੱਕੀ ਜਾਏ ਵਲਾਉਨ ਸਭਨਾ ਦੇ ਜੀ ਅੰਦਰ ਤੁਖਾ। ਚੁੱਕੀ ਜਾਏ ਵਲਾਉਨ ਸਭਨਾ ਦੇ ਜੀ ਅੰਦਰ ਤੁਖਾ। ਸਭਨਾ ਦੇ ਜੀ ਅੰਦਰ ਤੁਖਾ। ਉਸ ਗਰੀਬ ਦੀ, ਉਸ ਦਾਸੀ ਦੇ ਪੁੱਤ ਦੀ ਝੁੱਗੀ ਦੇ ਵਿੱਚ ਜਾ ਕੇ ਤੁਸੀਂ ਇਹ ਬੜਾ ਮਾੜਾ ਕੰਮ ਕੀਤਾ, ਸਾਡੇ ਅੰਦਰ ਤੁਖਾ ਦਿੱਤੇ ਨੇ, ਬਾਲ ਦਿੱਤਾ ਲਾਂਬੂ ਸਾਡੇ ਅੰਦਰ। ਤੇ ਭਗਵਾਨ ਜੀ ਹੱਸ ਪਏ ਨੇ। ਦੁਰਯੋਧਨ ਦੀਆਂ ਕੀਤੀਆਂ ਹੋਈਆਂ ਕੌੜੀਆਂ, ਕੁਸੈਲੀਆਂ, ਗਲਤ ਗੱਲਾਂ ਦਾ ਭਗਵਾਨ ਜੀ ਨੇ ਗੁੱਸਾ ਨਾ ਕੀਤਾ, ਕਿਉਂਕਿ ਅਗਿਆਨੀ ਬੰਦਿਆਂ ਦੀਆਂ ਗੱਲਾਂ ਦਾ ਕਦੇ ਗਿਆਨੀ ਬੰਦੇ ਗੁੱਸਾ ਨਹੀਂ ਕਰਦੇ, ਸਗੋਂ ਹੱਸ ਕੇ ਅੰਦਰੋਂ, ਹੱਸ ਕੇ ਮੋਰਿਓਂ ਬੋਲਦੇ ਹੋਏ ਕਹਿੰਦੇ ਨੇ, ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ। ਕਹਿੰਦੇ ਨੇ ਹੱਸਦੇ ਹੋਏ, ਕਹਿੰਦੇ ਰਾਜਨ ਸੁਣ ਮੇਰੀ ਗੱਲ ਪਿਆਰ ਦੇ ਨਾਲ, ਸਨਮੁਖ ਹੋ ਕੇ ਮੇਰੀ ਗੱਲ ਸੁਣ। ਉਹ ਕਹਿੰਦੇ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀ ਉਹ ਤੇਰੇ ਕੋਲ ਨਹੀਂ ਸੀ, ਉਹ ਮੈਨੂੰ ਮਿਲੀ ਬਿਦਰ ਦੇ ਕੋਲ। ਕਹਿੰਦਾ ਹੱਦ ਹੋ ਗਈ ਭਗਵਾਨ ਜੀ, ਐਸੀ ਕਿਹੜੀ ਚੀਜ਼ ਜਿਹੜੀ ਮੇਰੇ ਕੋਲ ਨਾ ਹੋਵੇ? ਉਹਦੇ ਕੋਲ ਤੇ ਨਾ ਚਾਰ ਪਾਈ, ਨਾ ਖਾਣ ਪੀਣ ਨੂੰ ਕੁਛ, ਨਾ ਬਹਿਣ ਉੱਠਣ ਨੂੰ, ਉਹਦੇ ਕੋਲ ਤੇ ਹੈ ਹੀ ਕੁਝ ਨਹੀਂ। ਤੇ ਇੱਥੇ ਇਹ ਸਾਰੇ ਭਾਰਤ ਵਰਸ਼ ਵਿੱਚੋਂ ਸਭ ਤੋਂ ਅਵਲ ਦਰਜੇ ਦਾ, ਸਭ ਤੋਂ ਸ੍ਰੇਸ਼ਟ ਮਕਾਨ ਰਾਜ ਮਹਿਲ ਮੇਰਾ, ਵਧੀਆ ਤੋਂ ਵਧੀਆ ਸਮਾਨ ਮੇਰੇ ਮਹਿਲ ਵਿੱਚ, ਤੇ ਤੁਸੀਂ ਕਹਿੰਦੇ ਹੋ ਮੇਰੇ ਕੋਲ ਹੈ ਨਹੀਂ ਸੀ ਜੀ। ਉਹ ਕਿਹੜੀ ਚੀਜ਼ ਸੀ? ਉਹਨੂੰ ਭਗਤ ਜੀ ਦਾ ਪਿਆਰ ਕਬੂਲਦਿਆਂ ਹੋਇਆਂ ਭਗਵਾਨ ਜੀ ਕਹਿੰਦੇ ਨੇ, ਓ ਰਾਜਨ, ਓਏ ਦੁਰਯੋਧਨ, ਤੇਰੇ ਕੋਲ ਤੇ ਕੀ, ਮੈਂ ਕਹਿੰਦਾ ਤੇਰੇ ਸੰਗੀ ਸਾਥੀਆਂ ਕੋਲ ਵੀ ਚੀਜ਼ ਹੈ ਨਹੀਂ ਸੀ ਉਹ ਜਿਹੜੀ ਮੈਨੂੰ ਚਾਹੀਦੀ ਸੀ। ਜੇ ਉਹਨਾਂ ਕੋਲ ਹੁੰਦੀ, ਤੇਰੇ ਝੁੰਡੀ ਦੇ ਯਾਰਾਂ ਕੋਲ, ਤੇ ਤੂੰ ਉਹਨਾਂ ਤੋਂ ਹੀ ਲੈ ਲੈਂਦਾ। ਉਹਨਾਂ ਕੋਲ ਵੀ ਨਹੀਂ ਸੀ। ਕਹਿੰਦੇ ਕੀ? ਕਹਿੰਦੇ ਪਿਆਰਿਆ, ਮੈਨੂੰ ਚਾਹੀਦੀ ਸੀ ਭਾਵਨਾ, ਮੈਨੂੰ ਚਾਹੀਦਾ ਸੀ ਪ੍ਰੇਮ, ਉਹ ਤੇਰੇ ਕੋਲ ਕਿ ਨਹੀਂ ਸੀ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਪਦਾ ਦੁੱਖ। ਦੁਰਯੋਧਨ, ਓਹੋ ਹੋ, ਉਹ ਤੇਰੇ ਭਾਵਨਾ ਹਿਰਦੇ ਵਿੱਚ ਹੈ ਨਹੀਂ ਸੀ ਜਿਹੜੀ ਬਿਦਰ ਦੇ ਹਿਰਦੇ ਵਿੱਚ ਹੈ। ਤੇਰੇ ਭਾਉ ਨਾ ਦਿਸਿਆਈ, ਤੇਰੇ ਹਿਰਦੇ ਵਿੱਚ ਮੈਨੂੰ ਪ੍ਰੇਮ ਨਹੀਂ ਦਿਸਿਆ। ਤੇ ਦੂਜੀ ਗੱਲ ਦੁਰਯੋਧਨ, ਹੋਰ ਇੱਕ ਗੱਲ ਹੋਰ ਸੁਣ, ਬੰਦਾ ਉਦੋਂ ਕਿਸੇ ਰਾਜੇ ਦੀ, ਕਿਸੇ ਮੰਤਰੀ ਦੀ, ਕਿਸੇ ਤਕੜੇ ਦੀ ਸ਼ਰਨ ਲੈਂਦਾ ਜਦੋਂ ਉਹਦੇ ਤੇ ਵਿਪਤਾ ਬਣੀ ਹੋਵੇ, ਕੋਈ ਆਪਦਾ ਪਈ ਹੋਵੇ, ਕੋਈ ਮੁਸ਼ਕਲ ਹੋਵੇ। ਤੇ ਪਿਆਰਿਆ, ਨਾ ਤੇ ਮੈਨੂੰ ਲੱਗੀ ਸੀ ਭੁੱਖ, ਨਾ ਮੈਂ ਭੁੱਖ ਦਾ ਸਤਾਇਆ ਹੋਇਆ, ਨਾ ਕੋਈ ਮੇਰੀ ਮਜਬੂਰੀ, ਨਾ ਕੋਈ ਮੇਰੇ ਤੇ ਵਿਪਤਾ ਪਈ ਹੋਈ ਸੀ ਜਿਹੜਾ ਮੈਂ ਤੇਰੀ ਸ਼ਰਨ ਲੈਂਦਾ, ਜਿਹੜਾ ਮੈਂ ਭੱਜਿਆ ਤੇਰੇ ਕੋਲ ਆਉਂਦਾ। ਤੇ ਮੈਂ ਕਿਉਂ ਆਉਣਾ ਸੀ ਤੇਰੇ ਕੋਲ? ਕਹਿੰਦੇ ਨੇ, ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਪਦਾ ਦੁਖਾ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਅਪਦਾ ਦੁਖਾ। ਉਹ ਮੈਨੂੰ ਕੋਈ ਦੁੱਖ ਨਹੀਂ ਸੀ ਪਿਆ, ਮੈਨੂੰ ਕੋਈ ਆਪਦਾ ਨਹੀਂ ਸੀ ਪਈ ਹੋਈ ਜਿਹੜਾ ਮੈਂ ਤੇਰੇ ਕੋਲ ਆਉਂਦਾ। ਤੇਰੇ ਕੋਲ ਤੇ ਪਿਆਰ ਹੀ ਨਹੀਂ ਸੀ ਜਿਹੜਾ ਮੈਨੂੰ ਚਾਹੀਦਾ ਸੀ।
ਭਾਉ ਜਿਵੇਹਾ ਵਿਦਰ ਦੇ ਹੋਰੀ ਦੇ ਚਿਤ ਚਾਉ ਨਾ ਚੁੱਖਾ। ਓਏ ਕਮਲਿਆ, ਜਿਹੜਾ ਪਿਆਰ ਜਿਹੜੀ ਭਾਵਨਾ ਵਿਦਰ ਦੇ ਹਿਰਦੇ ਵਿੱਚ ਸੀ, ਭਾਉ ਜਿਵੇਹਾ ਵਿਦਰ ਦੇ, ਉਹ ਤੇਰੇ ਤੇ ਕੀ ਤੇਰੇ ਕਿਸੇ ਰਾਜ ਦਰਬਾਰ ਸੰਗੀ ਸਾਥੀ ਕਿਸੇ ਦੇ ਕੋਲ ਵੀ ਨਹੀਂ ਸੀ ਉਹ ਪਿਆਰ ਤੇ ਭਾਵਨਾ। ਮੈਨੂੰ ਨਾ ਪਦਾਰਥਾਂ ਦੀ ਭੁੱਖ ਤੇ ਨਾ ਮੈਨੂੰ ਹੋਰ ਸੁੱਖਾਂ ਦੇ ਸਾਧਨਾਂ ਦੀ ਚਾਹਣ, ਮੈਂ ਤੇ ਭੁੱਖਾ ਹਾਂ ਕੇਵਲ ਪਿਆਰ ਦਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਇਹ ਤੇ ਗੱਲ ਉਹ ਹੈ ਜਿਹੜੀ ਭਾਈ ਗੁਰਦਾਸ ਜੀ ਨੇ ਗੱਲ ਕੀਤੀ। ਦੋਨਾਂ ਵਿੱਚ ਹੋਈ ਗੱਲਬਾਤ। ਇੱਕ ਬਾਬਾ ਕਬੀਰ ਜੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਬਾਬਾ ਕਬੀਰ ਜੀ ਇਸ ਗੱਲਬਾਤ ਦਾ ਨਕਸ਼ਾ ਖਿੱਚਦੇ ਨੇ। ਤੁਰਕੀ ਬਾਣੀ ਦਾ ਇੱਕ ਹੋਰ ਜ਼ਿਕਰ ਹੈ। ਉਹ ਇਸ ਗੱਲਬਾਤ ਨੂੰ ਹੋਰ ਪਿਆਰ ਦੇ ਨਾਲ ਖੋਲਦਿਆਂ ਕਹਿੰਦੇ ਨੇ, ਦੁਰਯੋਧਨ ਦੇ ਨਾਲ ਗੱਲਬਾਤ ਕਰਦਿਆਂ ਭਗਵਾਨ ਜੀ ਕਹਿੰਦੇ ਨੇ, ਹਸਤੀ ਦੇਖ ਪਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਹਸਤੀ ਦੇਖ ਪਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਉਹ ਕਹਿੰਦੇ ਦੁਰਯੋਧਨ, ਉਹ ਤੈਨੂੰ ਤੇ ਆਪਣੀ ਉੱਚੀ ਹਸਤੀ ਦਾ ਹੀ ਮਾਣ ਹੋ ਗਿਆ ਕਿ ਮੈਂ ਬੜਾ ਵੱਡਾ ਰਾਜਕੁਮਾਰ ਹਾਂ, ਆਉਣ ਵਾਲਾ ਭਾਰਤ ਵਰਸ਼ ਦਾ ਰਾਜਾ ਬਣਨ ਵਾਲਾ ਹਾਂ। ਉਹ ਹਸਤੀ ਦੇਖ ਭਰਮ ਤੇ ਭੁੱਲਾ, ਤੂੰ ਤੇ ਆਪਣੀ ਉੱਚੀ ਹਸਤੀ ਵੇਖ ਕੇ ਭਰਮ ਤੇ ਪੈ ਗਿਆ। ਤੈਨੂੰ ਭਗਵਾਨ ਦੀ ਪਛਾਣ ਕਿੱਥੋਂ ਹੋਣੀ ਸੀ? ਤੇਰੀਆਂ ਅੱਖਾਂ ਦੇ ਵਿੱਚ ਤੇ ਹੰਕਾਰ ਦਾ ਮੋਤੀਆ ਉਤਰਿਆ ਆ, ਤੈਨੂੰ ਭਗਵਾਨ ਕਿੱਥੋਂ ਦਿਸਣਾ ਸੀ? ਉਹ ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੇ ਦੁਰਯੋਧਨ ਕਹਿੰਦਾ, ਭਗਵਾਨ ਜੀ ਐਵੇਂ ਉੱਧਰ ਉੱਧਰ ਦੀਆਂ ਗੱਲਾਂ ਨਾ ਕਰੋ, ਮੈਨੂੰ ਇਹ ਦੱਸੋ, ਜਦੋਂ ਬੰਦਾ ਸਫ਼ਰ ਕਰਕੇ ਕਿਤੇ ਆਉਂਦਾ ਏ, ਤੁਸੀਂ ਗਏ ਵੀ ਨੰਗੇ ਪੈਰੀਂ ਸੁਣਿਆ, 2-4 ਮੀਲ ਦਾ ਸਫ਼ਰ ਕਰਕੇ ਜੰਗਲ ਦੇ ਵਿੱਚ ਕੁੱਲੀ ਦੇ ਅੰਦਰ ਤੱਕ ਗਏ, ਤੇ ਮੈਨੂੰ ਦੱਸੋ ਜਾਂਦਿਆਂ ਬੰਦੇ ਨੂੰ ਪਿਆਸ ਲੱਗਦੀ ਏ, ਕੁਝ ਸ਼ਰਬਤ ਕੋਈ ਮਿੱਠਾ ਕੋਈ ਪਾਣੀ ਪੇਸ਼ ਕੀਤਾ ਜਾਂਦਾ ਏ, ਤੇ ਉੱਥੇ ਕੀ ਛਕਿਆ ਹੋਵੇਗਾ ਤੁਸੀਂ ਬਿਦਰ ਦੇ ਕੋਲ? ਤੇ ਭਗਵਾਨ ਜੀ ਕਹਿੰਦੇ, ਦੁਰਯੋਧਨ ਤੂੰ ਸਾਨੂੰ ਕੀ ਛਕਾਉਣਾ ਸੀ ਐਸਾ ਜਿਹੜਾ ਮੈਨੂੰ ਬੜੀ ਭੁੱਖ ਸੀ ਜਸਤੀ ਦੀ? ਕਹਿੰਦਾ, ਭਗਵਾਨ ਜੀ ਇੱਥੇ ਤੇ ਗੱਲਾਂ ਛੱਡੋ, ਸ਼ਰਬਤਾਂ ਦਾ ਅੰਤ ਕੋਈ ਨਹੀਂ, ਤਰ੍ਹਾਂ ਤਰ੍ਹਾਂ ਦੇ ਰੂਹ ਕਿਉੜੇ ਤੇ ਬਦਾਮ ਪਿਸਤੇ ਕੇਸਰ ਪਾਏ ਹੋਏ ਦੁੱਧ, ਪਤਾ ਨਹੀਂ ਕਿੰਨੇ ਪ੍ਰਕਾਰ ਦੇ ਠੰਡੇ ਦੁੱਧ ਤੁਹਾਡੀ ਸੇਵਾ ਵਿੱਚ ਪੇਸ਼ ਕਰਨੇ ਸੀ। ਆਉਂਦਿਆਂ ਦਾਸ ਦਾਸੀਆਂ ਥਾਲਾਂ ਦੇ ਥਾਲ ਭਰੇ ਤੁਹਾਡੇ ਕਟੋਰੇ ਲਈ ਤੁਹਾਡੀ ਉਡੀਕ ਵਿੱਚ ਸਨ ਕਿ ਭਗਵਾਨ ਜੀ ਆਉਣਗੇ ਤੇ ਉਹਨਾਂ ਨੂੰ ਮਿੱਠਾ ਬਦਾਮ ਪਿਸਤਿਆਂ ਵਾਲਾ ਦੁੱਧ ਪੇਸ਼ ਕਰਾਂਗੇ। ਤੇ ਉੱਥੇ ਤੇ ਫੋਕਾ ਪਾਣੀ ਜਮਨਾ ਦਾ, ਉਹ ਵੀ ਹੋਰ ਕੁਝ ਨਹੀਂ ਸੀ ਮਿਲਣਾ ਉੱਥੇ। ਭਗਵਾਨ ਜੀ ਕਹਿੰਦੇ, ਵਾਹ ਦੁਰਯੋਧਨ, ਮੇਰੀਆਂ ਅੱਖਾਂ ਦੇ ਨਾਲ ਵੇਖ, ਮੇਰੇ ਹਿਰਦੇ ਦੇ ਨਾਲ ਸੋਚ ਕੇ ਵੇਖ। ਉਹ ਕਹਿੰਦੇ, ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਬਾਬਾ ਕਬੀਰ ਜੀ ਕਹਿੰਦੇ, ਓਏ ਤੁਮਰੋ ਦੂਧ ਤੇ ਬਿਦਰ ਕੋ ਪਾਣੋ। ਉਹ ਕਹਿੰਦੇ, ਦੁਰਯੋਧਨ ਇੱਕ ਪਾਸੇ ਤੇਰਾ ਦੁੱਧ ਜਿਹਦੇ ਵਿੱਚ ਬਦਾਮ ਕੇਸਰ ਹੋਰ ਰੂਹ ਕਿਉੜੇ ਛਿੜਕਾਏ ਹੋਏ ਸਨ ਜਿਹਦੇ ਵਿੱਚ, ਤੇ ਦੂਜੇ ਪਾਸੇ ਫੋਕਾ ਪਾਣੀ ਬਿਦਰ ਦਾ। ਪਰ ਯਾਦ ਰੱਖੀ, ਬਿਦਰ ਦੇ ਫੋਕੇ ਪਾਣੀ ਦੇ ਸਾਹਮਣੇ ਤੇਰਾ ਦੁੱਧ ਸ਼ਰਮਿੰਦਾ ਜਿਹਾ ਪੈ ਗਿਆ ਮੇਰੀ ਨਿਗਾਹ ਦੇ ਵਿੱਚ। ਉਹਦੇ ਫੋਕੇ ਪਾਣੀ ਦਾ ਮੁਕਾਬਲਾ ਨਹੀਂ ਕਰ ਸਕਦਾ ਤੇਰਾ ਤਰ੍ਹਾਂ ਤਰ੍ਹਾਂ ਦੇ ਰੂਹ ਕੀੜਿਆਂ ਬਦਾਮਾਂ ਵਾਲਾ ਦੁੱਧ। ਕਹਿੰਦੇ ਸ਼ਰਮਿੰਦਾ ਹੋ ਗਿਆ, ਆਪਣੀ ਹਸਤੀ ਗਵਾ ਬੈਠਾ। ਉਹ ਤੁਮਰੋ ਦੂਧ ਤੇ ਬਿਦਰ ਕੋ ਪਾਣੋ, ਪਰ ਮੈਂ ਕਹਿੰਦੇ ਤੇਰਾ ਤੇ ਦੁੱਧ ਦਾ ਦੁੱਧ ਰਹਿ ਗਿਆ। ਉਹਦੇ ਵਿੱਚੋਂ ਵੀ ਸੜਿਆਂਦ ਆਉਂਦੀ ਸੀ, ਹੰਕਾਰ ਦੀ ਬੋ ਆਉਂਦੀ ਸੀ, ਪਰ ਬਿਦਰ ਕੋ ਪਾਣੋ ਅੰਮ੍ਰਿਤ ਕਰ ਮੈਂ ਮੰਨਿਆ। ਬਿਦਰ ਦਾ ਪਾਣੀ ਮੈਂ ਅੰਮ੍ਰਿਤ ਕਰਕੇ ਮੰਨਿਆ ਹੀ ਨਹੀਂ, ਮੈਨੂੰ ਲੱਗਾ ਵੀ, ਮਹਿਸੂਸ ਵੀ ਹੋਇਆ ਤੇਰੇ ਰੂਹ ਕਿਉੜਿਆਂ ਦੇ ਠੰਡੇ ਦੁੱਧ ਦੇ ਸਾਹਮਣੇ ਬਿਦਰ ਦਾ ਫੋਕਾ ਪਾਣੀ ਮੈਨੂੰ ਅੰਮ੍ਰਿਤ ਜਾਪਿਆ ਪਿਆਰਿਆ। ਹਸਤੀ ਦੇਖ ਪਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਣੋ, ਅੰਮ੍ਰਿਤ ਕਰ ਮੈਂ ਮਾਨਿਆ। ਬੜਾ ਚਲਾਕ ਹੈ ਦੁਰਯੋਧਨ। ਰਾਜਨੀਤਿਕ ਬੰਦੇ ਸਵਾਲ ਮੁੱਕਣ ਨਹੀਂ ਦਿੰਦੇ, ਪਾਸਾ ਪਰਤਦੇ ਨੇ। ਕਹਿੰਦਾ ਭਗਵਾਨ ਜੀ ਚਲੋ ਮੰਨਿਆ, ਪਿਆਸ ਦੇ ਮਾਰੇ ਗਰਮੀ ਵਿੱਚ ਗਏ, ਉੱਥੇ ਫੋਕਾ ਪਾਣੀ ਮਿਲਿਆ, ਉਹ ਗੱਟਾ ਗੱਟ ਪੀ ਲਿਆ, ਗੱਲ ਛੱਡੋ। ਉਸ ਤੋਂ ਬਾਅਦ ਭੁੱਖ ਲੱਗੀ ਹੋਵੇਗੀ ਤੇ ਖਾਧਾ ਕੀ? ਉੱਥੇ ਤੇ ਮੈਨੂੰ ਪਤਾ ਕਿ ਸਾਗ ਬਣਦਾ ਘਾਹ ਫੂਸ ਦਾ, ਦਰਖਤਾਂ ਦੇ ਪੱਤਿਆਂ ਦਾ, ਉਹ ਵੀ ਅਲੂਣਾ, ਲੂਣ ਤੱਕ ਜ਼ਬਤ ਕੀਤਾ ਹੋਇਆ ਏ ਮੈਂ ਬਿਦਰ ਦਾ। ਉੱਥੇ ਤੇ ਹੈ ਕੁਝ ਨਹੀਂ,
ਇੱਥੇ ਤੇ 36 ਪ੍ਰਕਾਰ ਦੇ ਭੋਜਨ ਤੁਹਾਡੀ ਉਡੀਕ ਕਰ ਰਹੇ ਸੀ। ਭਗਵਾਨ ਜੀ ਕਹਿੰਦੇ ਮੰਨ ਲਿਆ ਕਿ ਉੱਥੇ ਘਾਹ ਫੂਸ ਦਾ ਸਾਗ ਮੈਂ ਖਾਣਾ ਸੀ ਜਾਂ ਖਾਧਾ, ਪਰ ਤੂੰ ਦੱਸ ਤੂੰ ਕੀ ਖਿਲਾਉਣਾ ਸੀ। ਤੇ ਦੁਰਯੋਧਨ ਹੰਕਾਰ ਦੇ ਟੀਸੀ ਤੇ ਚੜਿਆ ਹੋਇਆ, ਕੰਗਰੇ ਤੇ ਚੜਿਆ ਹੋਇਆ, ਕਹਿੰਦਾ ਭਗਵਾਨ ਜੀ ਪਤਾ ਨਹੀਂ ਖੀਰਾਂ ਹੀ ਕਿੰਨੇ ਪ੍ਰਕਾਰ ਦੀਆਂ ਸਨ, ਮੇਵਿਆਂ ਵਾਲੀਆਂ, ਸੁੱਕੇ ਮੇਵੇ, ਗਿੱਲੇ ਮੇਵੇ, ਹਰੇ ਮੇਵੇ, ਕਈ ਪ੍ਰਕਾਰ ਦੀਆਂ ਖੀਰਾਂ ਦੀ ਗਿਣਤੀ ਕੋਈ ਨਹੀਂ ਸੀ ਜਿਹੜੀ ਤੁਹਾਡੇ ਛਕਣ ਲਈ ਤਿਆਰ ਕੀਤੀਆਂ ਹੋਈਆਂ ਸਨ। ਤੇ ਭਗਵਾਨ ਜੀ ਕਹਿੰਦੇ ਪਿਆਰਿਆ, ਇੱਕ ਪਾਸੇ ਤੇਰੀਆਂ ਇਹ ਤਰ੍ਹਾਂ ਦੀਆਂ ਬਣਾਈਆਂ ਖੀਰਾਂ ਤੇ ਦੂਜੇ ਪਾਸੇ ਬਿਦਰ ਦਾ ਅਲੂਣਾ ਸਾਗ, ਕੋਈ ਮੁਕਾਬਲਾ ਨਹੀਂ ਰਿਹਾ ਇਹਨਾਂ ਦੇ ਵਿੱਚ। ਉਹ ਬਿਦਰ ਦੇ ਅਲੂਣੇ ਸਾਗ ਦੇ ਸਾਹਮਣੇ ਤੇਰੀਆਂ ਖੀਰਾਂ ਫਿੱਕੀਆਂ ਪੈ ਗਈਆਂ। ਖੀਰ ਸਮਾਨ ਸਾਗ ਮੈਂ ਪਾਇਆ, ਤੇਰੀਆਂ ਖੀਰਾਂ ਦਾ ਮੁਕਾਬਲਾ ਬਿਦਰ ਦਾ ਅਲੂਣਾ ਸਾਗ ਕਰ ਗਿਆ। ਕਿਉਂ ਕਰ ਗਿਆ? ਕਿ ਮੈਨੂੰ ਭਾ ਗਿਆ। ਤੇਰੀਆਂ ਖੀਰਾਂ ਮੈਨੂੰ ਭਾਈਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ, ਪਰ ਬਿਦਰ ਦਾ ਅਲੂਣਾ ਸਾਗ ਉਹ ਮੇਰੇ ਅੰਦਰ ਸੰਗ ਵਿੱਚੋਂ ਹਲਕ ਚੋਂ ਲੰਘਦਿਆਂ ਮੈਨੂੰ ਅੰਮ੍ਰਿਤ ਦਾ ਸਵਾਦ ਆਇਆ, ਮੇਰੇ ਰੋਮ ਰੋਮ ਨੂੰ ਖੇੜਾ ਦੇ ਗਿਆ ਉਹਦਾ ਪਿਆਰ ਦਾ ਪਕਾਇਆ ਹੋਇਆ ਅਲੂਣਾ ਸਾਗ। ਕਹਿੰਦੇ ਨੇ ਖੀਰ ਸਮਾਨ ਸਾਗ ਮੈਂ ਪਾਇਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਣੀ। ਦੁਰਯੋਧਨ ਬੜਾ ਚਲਾਕ ਹੈ, ਰਾਜਨੀਤੀ ਖੇਡ ਰਿਹਾ ਨਾ, ਸਿਆਸਤ ਕਰ ਰਿਹਾ। ਕਹਿਣ ਲੱਗਾ ਭਗਵਾਨ ਜੀ ਚਲੋ ਮੰਨਿਆ, ਭੁੱਖ ਦੇ ਸਤਾਇਆ ਹੋਇਆਂ 2 ਬੁਰਕੀਆਂ ਸਾਗ ਦੀਆਂ ਵੀ ਖਾ ਕੇ ਢਿੱਡ ਭਰ ਲਿਆ, ਪਰ ਇੱਕ ਗੱਲ ਮੈਨੂੰ ਦੱਸੋ, ਰਾਤ ਰਹੇ ਹੋ, ਸਾਰੀ ਰਾਤ ਗੁਜ਼ਾਰੀ ਏ, ਉੱਥੇ ਆਰਾਮ ਕਿੱਥੇ ਕੀਤਾ ਹੋਵੇਗਾ? ਉੱਥੇ ਤੇ ਮੰਜੀ ਤੱਕ ਨਹੀਂ, ਚਾਰਪਾਈ ਤੱਕ ਨਹੀਂ, ਕਾਫੂ ਦੇ ਸੱਥਰ ਤੇ ਨੀਂਦ ਕਿਵੇਂ ਆਈ ਹੋਵੇਗੀ? ਅਕਸਰ ਤੁਸੀਂ ਰਾਜੇ ਹੋ, ਮਹੱਲਾਂ ਵਿੱਚ ਰਹਿਣ ਵਾਲੇ ਹੋ, ਇੱਥੇ ਏਡਾ ਵੱਡਾ ਮਹੱਲ, ਏਡੀਆਂ ਸੁੰਦਰ ਲੇਫ ਤਲਾਈਆਂ, ਦਾਸੀਆਂ ਤੁਹਾਡੀ ਸੇਵਾ ਵਿੱਚ, ਪੱਖੇ ਚੱਲਣ ਲਈ ਤੁਹਾਡੀ ਸੇਵਾ ਕਰਨ ਲਈ ਹਾਜ਼ਰ, ਤੇ ਤੁਸੀਂ ਉੱਥੇ ਰਾਤ ਕਿਵੇਂ ਗੁਜ਼ਾਰੀ? ਜਦੋਂ ਕਿਹਾ ਨਾ ਰਾਤ ਕਿਵੇਂ ਗੁਜ਼ਾਰੀ, ਤੇ ਭਗਵਾਨ ਜੀ ਖਿੜਖੜਾ ਕੇ ਹੱਸ ਪਏ। ਕਹਿਣ ਲੱਗੇ ਦੁਰਯੋਧਨ ਬਸ ਆ ਇੱਕੋ ਹੀ ਗੱਲ ਹੈ ਜਿਹੜੀ ਤੇਰੀ ਸਮਝ ਵਿੱਚ ਨਹੀਂ ਆ ਰਹੀ, ਜਿਹੜੀ ਤੇਰੀ ਸਮਝ ਵਿੱਚ ਨਹੀਂ ਆਉਂਦੀ। ਕਿ ਕੀ ਜੇ ਇਹ ਗੱਲ ਤੇਰੀ ਸਮਝ ਵਿੱਚ ਆਉਂਦੀ ਤੇ ਪਿਆਰਿਆ ਅੱਜ ਮਸਲਾ ਹੀ ਕੋਈ ਨਾ ਰਹਿੰਦਾ। ਕਹਿੰਦੇ ਨੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਤੇ ਪਿਆਰ ਦੀਆਂ ਖੇਡਾਂ ਨੇ। ਕਹਿੰਦੇ ਨੀਚ ਜਾਤ ਹਰ ਜਪਦਿਆਂ ਉਤਮ ਪਦਵੀ ਪਾਏ। ਛੋਟੀ ਜਾਤ ਵਿੱਚ ਦਾਸੀ ਦਾ ਪੁੱਤਰ ਹੁੰਦਿਆਂ ਵੀ ਜਿਨ੍ਹਾਂ ਨੇ ਪਿਆਰ ਕੀਤਾ ਭਗਵਾਨ ਦੇ ਨਾਲ, ਉੱਚੀ ਪਦਵੀ ਪਾ ਲਈ। ਉਹ ਪਿਆਰ ਪੁੱਛਣਾ ਹੈ ਤੇ ਪੁੱਛੋ ਬਿਦਰ ਦਾਸੀ ਸੁਤਾ ਹੈ। ਬਿਦਰ ਦਾਸੀ ਦੇ ਪੁੱਤ ਨੂੰ ਪੁੱਛ ਕੇ ਵੇਖੋ, ਕ੍ਰਿਸ਼ਨ ਉਤਰਿਆ ਘਰ ਦਿਸ ਜਾਏ। ਕਹਿੰਦੇ ਜਿਹਦੇ ਘਰ ਸਮੇਂ ਦਾ ਮਾਲਕ ਭਗਵਾਨ ਆ ਗਿਆ ਆਪ ਉਤਰ ਕੇ ਜਿਹਦੇ ਘਰ, ਉਹਨੂੰ ਪੁੱਛੋ ਪਿਆਰ ਕੀ ਹੁੰਦਾ ਹੈ, ਉਹਨੂੰ ਪੁੱਛੋ ਪਿਆਰ ਦਾ ਮਿਲਾਪ ਕੀ ਹੁੰਦਾ ਹੈ। ਤੇ ਦੁਰਯੋਧਨ ਨੂੰ ਸਮਝਾਉਂਦਿਆਂ ਕਹਿੰਦੇ ਨੇ ਪਿਆਰਿਆ ਤੂੰ ਕਹਿੰਦਾ ਨੀਂਦ, ਸੁੱਤੇ ਕਿੱਥੇ? ਓਏ ਇੱਕ ਗੱਲ ਇਹ ਹੀ ਤੇ ਤੇਰੇ ਸਮਝ ਵਿੱਚ ਨਹੀਂ ਆਉਂਦੀ ਪਿਆਰਿਆ, ਜਦੋਂ 2 ਪ੍ਰੇਮੀ ਮਿਲਦੇ ਨੇ, ਕੁਝ ਸਾਲਾਂ ਦੇ ਵਿਛੜੇ ਹੋਏ ਪ੍ਰੇਮੀ ਮਿਲਣ ਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਹਾਲ ਚਾਲ ਪੁੱਛਦਿਆਂ ਗੱਲਾਂ ਕਰਦਿਆਂ ਲੰਘ ਜਾਂਦੀ ਏ ਦੁਰਯੋਧਨ। ਤੇ ਜਿੱਦੇ ਜਨਮਾਂ ਦਾ ਵਿਛੜਿਆ ਭਗਤ ਭਗਵਾਨ ਨੂੰ ਮਿਲਦਾ, ਉੱਥੇ ਨੀਂਦ ਦਾ ਕੀ ਕੰਮ? ਮੈਂ ਸੌਣਾ ਕਿੰਨੇ ਸੀ ਉੱਥੇ, ਮੈਂ ਸੌਣ ਥੋੜੀ ਗਿਆ ਸੀ, ਉੱਥੇ ਨੀਂਦ ਦਾ ਕੀ ਕੰਮ? ਮੈਨੂੰ ਤੇ ਨੀਂਦ ਨਹੀਂ ਸੀ ਆਪਣੇ ਪਿਆਰਿਆਂ ਨੂੰ ਮਿਲਣ ਕਰਕੇ, ਤੇ ਉਹਨਾਂ ਦੋਨਾਂ ਪਿਆਰਿਆਂ ਨੂੰ ਨੀਂਦ ਨਹੀਂ ਸੀ ਆਉਣੀ ਕਿ ਭਗਵਾਨ ਮਿਲ ਪਏ ਨੇ, ਭਗਵਾਨ ਘਰ ਆ ਗਏ ਨੇ, ਤੇ ਉੱਥੇ ਨੀਂਦ ਦਾ ਕੀ ਕੰਮ? ਬਸ ਇਹ ਪਰ ਪਿਆਰ ਦੀਆਂ ਗੱਲਾਂ ਤੇਰੀ ਸਮਝ ਵਿੱਚ ਕਿੱਥੋਂ ਆਉਣ? ਤੂੰ ਤੇ ਉੱਚੀ ਜਾਤ ਦੇ ਮਾਣ ਵਿੱਚ, ਆਪਣੀ ਹਸਤੀ ਦੇ ਹੰਕਾਰ ਵਿੱਚ ਡੁੱਬ ਗਿਆ ਏ, ਮਰ ਗਿਆ ਏ, ਸੜ ਗਿਆ ਏ, ਤੈਨੂੰ ਪਿਆਰ ਦੀਆਂ ਗੱਲਾਂ ਦੀ ਕਦਰ ਨਹੀਂ। ਤੇ ਭਾਈ ਗੁਰਦਾਸ ਜੀ ਤੋਂ ਬਾਅਦ ਫਿਰ ਬਾਬਾ ਕਬੀਰ ਜੀ ਇਸ ਗੱਲ ਤੇ ਮੋਹਰ ਲਾਉਂਦੇ ਨੇ, ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਣੀ। ਉਹ ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਉਹ ਮੇਰਾ ਮਾਲਕ ਐਸਾ ਏ ਜਿਹੜਾ ਜਾਤ ਨਹੀਂ ਵੇਖਦਾ, ਜਿਹੜਾ ਕੁੱਲ ਕਲੰਕ ਨਹੀਂ ਵੇਖਦਾ, ਉਹ ਵੇਖਦਾ ਏ ਤੇ ਹਿਰਦੇ ਦਾ ਪਿਆਰ ਵੇਖਦਾ ਏ, ਤੇ ਭੁੱਖਾ ਵੀ ਉਹ ਪਿਆਰ ਦਾ ਹੀ ਏ ਬਸ। ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ ਗੋਵਿੰਦ, ਪਾਉ ਭਗਤ ਦਾ ਭੁੱਖਾ।
ਗੋਵਿੰਦ ਪਾਉ ਭਗਤ ਦਾ ਭੁੱਖਾ, 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 ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ ਦਾ ਭੁੱਖਾ, ਪਾਉ ਭਗਤ ਦਾ ਭੁੱਖਾ, ਗੋਵਿੰਦ ਪਾਉ ਭਗਤ